Hello everyone, my name is Brinder Singh from Baba Moniji Maharaj Group of Institutions, Lehra Mabat. My today's topic is the Wien Hille levels of geometric thinking and kinds of proofs. So first of all, we have a introduction about this topic. In mathematics, the Wien Hille model is a theory that describes how students learn geometry. Basically, ਇਹ ਮਾਡਲ ਜਿਓਮੈਟਰੀ ਨੂੰ ਸਿੱਖਣ 'ਤੇ ਆਧਾਰਿਤ ਹੈ ਕਿ ਜਿਓਮੈਟਰੀ ਦੀਆਂ ਫਿਗਰਸ ਜਾਂ ਜਿਓਮੈਟਰੀ ਦੇ ਜੋ ਵੀ ਕਨਸੈਪਟ ਹੈ ਉਹ ਵਿਦਿਆਰਥੀ ਕਿਵੇਂ ਕਿਵੇਂ ਸਿੱਖਦਾ, ਕਿਹੜੇ ਕਿਹੜੇ ਲੈਵਲ ਦੇ ਵਿੱਚੋਂ ਹੋ ਕੇ ਉਹ ਜਿਓਮੈਟਰੀ 'ਤੇ ਆਪਣੀ ਮਹਾਰਤ ਹਾਸਲ ਕਰਦਾ ਹੈਗਾ। ਸੋ ਅਕੋਰਡਿੰਗ ਟੂ ਦਾ ਵੀਨ ਹਿੱਲੇ, the attainment of the new level cannot be affected by teaching। ਨਵੇਂ ਕਿਸੇ ਨਵੇਂ ਲੈਵਲ ਦੀ ਅਗਰ ਸਿੱਖਣਾ ਤਾਂ ਉਹ ਇਕੱਲੇ ਟੀਚਿੰਗ ਨਾਲ ਅਫੈਕਟਡ ਨਹੀਂ ਹੈ, ਬਟ ਸਟਿਲ ਬਾਈ ਸੂਟੇਬਲ ਚੋਇਸ ਆਫ ਐਕਸਰਸਾਈਜ਼ਸ ਦ ਟੀਚਰ ਕੈਨ ਕ੍ਰੀਏਟ ਅ ਸਿਚੁਏਸ਼ਨ ਫॉर द ਪੀਪਲ ਫੇਵਰੇਬਲ ਟੂ ਦ ਅਟੇਨਮੈਂਟ ਆਫ ਦ ਹਾਇਰ ਲੈਵਲ ਆਫ ਥਿੰਕਿੰਗ। ਇਹਦਾ ਮਤਲਬ ਇਹ ਆ ਕਿ ਇਕੱਲੇ ਟੀਚਿੰਗ ਹੀ ਅਫੈਕਟ ਨਹੀਂ ਕਰਦੀ ਕਿਸੇ ਵੀ ਨਵੀਂ ਚੀਜ਼ ਨੂੰ ਸਿੱਖਣ ਦੇ ਵਿੱਚ। ਇੱਕ ਟੀਚਰ ਦੀ ਜੋ ਐਕਸਰਸਾਈਜ਼ ਆ, ਜੋ ਉਹ ਕਲਾਸ ਦੇ ਵਿੱਚ ਸਿਚੁਏਸ਼ਨ ਕ੍ਰੀਏਟ ਕਰਦਾ ਗਾ, ਜੋ ਉਹਦਾ ਪੜ੍ਹਾਉਣ ਦਾ ਢੰਗ ਆ, ਉਹ ਸਾਰੀਆਂ ਚੀਜ਼ਾਂ ਇੱਕ ਨਵੀਂ ਚੀਜ਼ ਸਿੱਖਣ ਦੇ ਵਿੱਚ ਸਹਾਇਤਾ ਕਰਦੀਆਂ ਹਨ। ਸੋ ਬੇਸਿਕਲੀ ਦਿਸ ਥਿਊਰੀ ਵਾਜ਼ ਓਰੀਜਨੇਟਡ ਇਨ 1957। 1957 ਦੇ ਵਿੱਚ ਇਸ ਨੂੰ ਬਣਾਇਆ ਗਿਆ ਸੀਗਾ। ਨਾਓ ਵੀ ਹੈਵ ਲੈਵਲ ਆਫ ਥਿੰਕਿੰਗ ਇਨ ਜਿਓਮੈਟਰੀ। ਇਸ ਜੋ ਮਾਡਲ ਦੇ ਵਿੱਚ ਟੋਟਲ 5 ਲੈਵਲ ਹਨ, ਠੀਕ ਹੈ, ਅਤੇ ਇਹਨੂੰ ਵੱਖ-ਵੱਖ ਲੈਵਲ ਦੇ ਦੁਆਰਾ ਦਰਸਾਇਆ ਗਿਆ ਹੈਗਾ। ਦ ਵਿਨ ਹਿਲ ਮਾਡਲ ਕੰਸਿਸਟ ਆਫ 5 ਲੈਵਲਸ। ਪਹਿਲਾ ਲੈਵਲ ਆ ਉਸ ਨੂੰ 0 ਲੈਵਲ ਬੋਲਿਆ ਜਾਂਦਾ, ਜਿਸ ਦਾ ਨੇਮ ਹੈ ਵਿਜ਼ੂਅਲ ਲੈਵਲ ਜਾਂ ਰਿਕਗਨਾਈਜੇਸ਼ਨ ਲੈਵਲ। ਨਾਮ ਤੋਂ ਹੀ ਪਤਾ ਚੱਲ ਰਿਹਾ ਕਿ ਇਸ ਲੈਵਲ ਦੇ ਵਿੱਚ ਵਿਦਿਆਰਥੀ ਸ਼ੁਰੂਆਤ ਦੇ ਵਿੱਚ ਫਿਗਰਸ ਦੇਖਦੇ ਆ, ਮਤਲਬ ਉਹ ਜੋ ਵੀ ਉਹਨਾਂ ਨੂੰ ਫਿਗਰ ਦਿੱਤੀਆਂ ਜਾਂਦੀਆਂ, ਲੈਟ ਫੋਰ ਐਗਜ਼ਾਮਪਲ ਅਗਰ ਉਸਨੂੰ ਸਕੇਅਰ ਦਿੱਤਾ ਜਾਂਦਾ ਜਾਂ ਟਰਾਇੰਗਲ ਦਿੱਤੀ ਜਾਂਦੀ ਆ ਤਾਂ ਉਸ ਦੀਆਂ ਸ਼ੇਪ ਬਾਰੇ ਥੋੜ੍ਹੀ ਜਾਣਕਾਰੀ ਉਹਨਾਂ ਨੂੰ ਮਿਲਦੀ ਆ, ਅਤੇ ਉਹਨਾਂ ਦੇ ਜਿਹੜੇ ਇਨਫੋਰਮਲ ਨਾਂ ਹੁੰਦੇ ਆ ਉਹ ਉਹਨਾਂ ਦੇ ਧਿਆਨ ਵਿੱਚ ਰਹਿੰਦੇ ਆ। ਮੀਨਸ ਕਿ ਅਗਰ ਉਸਨੂੰ ਆਪਾਂ ਸਰਕਲ ਟਾਈਪ ਦੀ ਕੋਈ ਵੀ ਆਪਾਂ ਫਿਗਰ ਦੇ ਦਈਏ ਤਾਂ ਉਹ ਉਸ ਨੂੰ ਸਰਕਲ ਨਹੀਂ ਸਮਝੂਗਾ। ਘਰ ਦੇ ਵਿੱਚ ਕੋਈ ਵੀ ਗੋਲ ਚੀਜ਼ ਜੋ ਵੀ ਹੋਊਗੀ ਉਹਦੇ ਕੋਲ, ਜਿੱਦਾਂ ਕਿ ਰੋਟੀ ਦੀ ਐਜ਼ ਅ ਰੋਟੀ ਉਹਨੂੰ ਸਮਝੂਗਾ, ਠੀਕ ਹੈ। ਤਾਂ ਆਪਾਂ ਆਮ ਹੀ ਵਿਦਿਆਰਥੀ ਦੇਖਦੇ ਹਾਂ ਕਿ ਛੋਟੇ ਬੱਚੇ ਹੁੰਦੇ ਜਿਹੜੇ, ਉਹ ਹਰੇਕ ਚੀਜ਼ ਨੂੰ ਆਪਦੀ ਜਿਹੜੀ ਇਨਫੋਰਮਲ ਲੈਂਗੁਏਜ ਆ ਉਹਦੇ ਵਿੱਚ ਕਨਵਰਟ ਕਰ ਲੈਂਦੇ ਆ, ਕੋਈ ਆਪਣਾ ਵੱਖਰਾ ਜਿਹਾ ਹੀ ਨਾਮ ਰੱਖ ਲੈਂਦੇ ਆ। ਤਾਂ ਇਸ ਤਰ੍ਹਾਂ ਦਿਸ ਇਜ਼ ਦ ਲੈਵਲ 0। ਦਿਸ ਇਜ਼ ਦ ਬੈਸਟ ਬੇਸਿਕ ਲੈਵਲ। ਜਿਓਮੈਟ੍ਰਿਕ ਫਿਗਰ ਆਰ ਰਿਕਗਨਾਈਜ਼ਡ ਬਾਏ ਦੀਅਰ ਸ਼ੇਪ ਐਜ਼ ਅ ਹੋਲ, ਦੈਟ ਇਜ਼ ਬਾਏ ਦੀਅਰ ਫਿਜ਼ੀਕਲ ਅਪੀਅਰੈਂਸ, ਨਾਟ ਬਾਏ ਦੀਅਰ ਪਾਰਟਸ ਔਰ ਪ੍ਰੋਪਰਟੀਜ਼। ਮਤਲਬ ਉਹਨਾਂ ਦੀ ਕਿਸੇ ਖਾਸ ਪ੍ਰੋਪਰਟੀ ਨਾਲ ਸੰਬੰਧਿਤ ਨਹੀਂ ਹੁੰਦੇ ਉਹ, ਜੋ ਵੀ ਉਹਨਾਂ ਫਿਗਰਸ ਦੀ ਫਿਜ਼ੀਕਲ ਅਪੀਅਰੈਂਸ ਹੁੰਦੀ ਹੈ, ਜਿੱਦਾਂ ਦੀ ਦਿੱਖ ਹੁੰਦੀ ਆ, ਉੱਦਾਂ ਦਾ ਇੱਕ ਉਹਨਾਂ ਦੇ ਮਤਲਬ ਜੋ ਨੇਮ ਆ ਉਹ ਦਿਮਾਗ ਦੇ ਵਿੱਚ ਆ ਜਾਂਦਾ ਹੈਗਾ, ਅਤੇ ਇਸ ਨੂੰ ਇਨਫੋਰਮਲ ਲੈਂਗੁਏਜ ਕਿਹਾ ਜਾਂਦਾ ਹੈ। ਨੈਕਸਟ ਲੈਵਲ 1 ਦੈਟ ਇਜ਼ ਐਨਾਲਿਸਿਸ ਡਿਸਕ੍ਰਿਪਟਿਵ ਲੈਵਲ, ਡਰਾਇੰਗ ਐਂਡ ਵਰਬਲ ਸਕਿੱਲਸ। ਇਸ ਲੈਵਲ ਦੇ ਵਿੱਚ ਬੱਚੇ ਨੂੰ ਥੋੜ੍ਹਾ ਜਿਹਾ ਜੋ ਮੈਥਮੈਟੀਕਲ ਲੈਂਗੁਏਜ ਆ ਉਹਦੇ ਬਾਰੇ ਨੌਲੇਜ ਆਉਣ ਲੱਗ ਜਾਂਦੀ ਹੈ। ਐਨ ਐਨਾਲਿਸਿਸ ਆਫ ਜਿਓਮੈਟ੍ਰਿਕ ਕੰਸੈਪਟ ਬਿਗਿਨ, ਫॉर ਐਗਜ਼ਾਮਪਲ ਥਰੂ ਆਬਜ਼ਰਵੇਸ਼ਨ ਐਂਡ ਐਕਸਪੈਰੀਮੈਂਟੇਸ਼ਨ ਸਟੂਡੈਂਟਸ ਬਿਗਿਨ ਟੂ ਪਰਸੀਵ ਦ ਕਰੈਕਟਰਿਸਟਿਕ ਆਫ ਫਿਗਰਸ। ਤਾਂ ਉਹ ਫਿਗਰ ਦੀਆਂ ਕਰੈਕਟਰਿਸਟਿਕ ਬਾਰੇ ਥੋੜ੍ਹਾ ਜਾਣਨ ਲੱਗ ਜਾਂਦੇ ਆ। ਇਹਦਾ ਮਤਲਬ ਇਹ ਆ ਕਿ ਅਗਰ ਆਪਾਂ ਸਕੇਅਰ ਦਿੰਦੇ ਹਾਂ ਬੱਚੇ ਨੂੰ ਤਾਂ ਉਹ ਅਤੇ ਇੱਕ ਟਰਾਇੰਗਲ ਦਿੰਦੇ ਹਾਂ ਤਾਂ ਦੋਨਾਂ ਦੇ ਵਿੱਚ ਥੋੜ੍ਹਾ ਡਿਫਰੈਂਸ਼ੀਏਟ ਕਰਨਾ ਉਹ ਸ਼ੁਰੂ ਕਰ ਦਿੰਦਾ ਗਾ। ਮਤਲਬ ਇਸ ਦੀਆਂ 3 ਸਾਈਡਸ ਆ ਟਰਾਇੰਗਲ ਦੀਆਂ, ਜਾਂ ਆਪਣੇ ਕੋਲ ਅਗਰ ਸਕੇਅਰ ਦਿੱਤਾ ਤਾਂ ਉਹਦੀਆਂ 4 ਸਾਈਡਸ ਆ, ਤਾਂ ਥੋੜ੍ਹਾ ਉਸਨੂੰ ਡਿਫਰੈਂਸ਼ੀਏਸ਼ਨ ਕਰਨੀ ਆ ਜਾਂਦੀ ਹੈ। ਦਿਸ ਇਜ਼ ਦਾ ਸੈਕਿੰਡ ਲੈਵਲ, ਔਰ ਇਸ ਲੈਵਲ ਨੰਬਰ 1 ਕਿਹਾ ਗਿਆ ਇਹਨੂੰ। ਇਸ ਲੈਵਲ ਦੇ ਵਿੱਚ ਜਿਹੜੀ ਲੈਂਗੁਏਜ ਆ ਉਹ ਮਿਕਸਚਰ ਹੁੰਦੀ ਹੈ ਮੈਥਮੈਟੀਕਲ ਟਰਮੋਲੋਜੀ ਦੀ, ਅਤੇ ਜੋ ਉਹ ਆਮ ਲੈਂਗੁਏਜ ਆਪਣੀ ਯੂਜ਼ ਕਰਦਾ ਗਾ, ਮਿਕਸ ਲੈਂਗੁਏਜ ਯੂਜ਼ ਕੀਤੀ ਜਾਂਦੀ ਹੈ ਇਸ ਲੈਵਲ ਦੇ ਵਿੱਚ।
Students at this level are able to appreciate that the collection of figures goes together because of properties। ਤਾਂ properties ਬਾਰੇ ਉਸਨੂੰ ਥੋੜ੍ਹੀ ਥੋੜ੍ਹੀ ਨੌਲੇਜ ਹੋਣ ਲੱਗ ਜਾਂਦੀ ਹੈ। ਨੈਕਸਟ ਲੈਵਲ ਆ ਜਾਂਦਾ ਆਪਣੇ ਕੋਲੇ ਲੈਵਲ 2। At this level, student can establish the interrelationship of properties both within figures। ਇਹ ਜਿਹੜਾ ਲੈਵਲ 2 ਆ ਇਹ ਰਿਲੇਸ਼ਨਲ ਲੈਵਲ ਕਿਹਾ ਜਾਂਦਾ ਜਾਂ ਇਸ ਨੂੰ ਅਬਸਟਰੈਕਟ ਲੈਵਲ ਕਿਹਾ ਜਾਂਦਾ ਗਾ। ਇਸ ਲੈਵਲ 'ਤੇ ਇੱਕ ਤੋਂ ਜ਼ਿਆਦਾ ਫਿਗਰਸ ਦੇ ਵਿੱਚ ਬੱਚਾ ਰਿਲੇਸ਼ਨ ਡਿਫਾਈਨ ਕਰਨ ਲੱਗ ਜਾਂਦਾ ਗਾ ਕਿ ਰੰਬਸ ਦੇ ਵਿੱਚ ਅਤੇ ਸਕੇਅਰ ਦੇ ਵਿੱਚ ਕੀ ਡਿਫਰੈਂਸ ਆ, ਜਾਂ ਰੈਕਟੈਂਗਲ ਜਾਂ ਪੈਰਲੋਗ੍ਰਾਮ, ਅਤੇ ਇਹਨਾਂ ਸਾਰਿਆਂ ਦੇ ਵਿੱਚ ਜੋ ਵੀ ਇਹਨਾਂ ਦੀ ਅਲੱਗ-ਅਲੱਗ ਪ੍ਰੋਪਰਟੀਆਂ ਨੇ ਉਹਨਾਂ ਦੇ ਵਿੱਚ ਉਹ ਥੋੜ੍ਹਾ ਥੋੜ੍ਹਾ ਡਿਫਰੈਂਸ਼ੀਏਟ ਕਰਨ ਲੱਗ ਜਾਂਦਾ। ਉਹਨਾਂ 'ਚ ਇੰਟਰ ਰਿਲੇਸ਼ਨਸ਼ਿਪ ਪੈਦਾ ਕਰ ਲੈਂਦਾ ਗਾ। ਤਾਂ ਇਹ ਐਬਿਲਿਟੀ ਬੱਚੇ ਵਿੱਚ ਆ ਜਾਂਦੀ ਹੈ। They can also form abstract definitions and classify figures by elaborating on their interrelationships। Next level 3rd, which is a deductive level, formal deduction। ਇਸ ਲੈਵਲ ਦੇ ਵਿੱਚ ਸਟੂਡੈਂਟ ਇਸ ਦੇ ਯੋਗ ਹੋ ਜਾਂਦਾ ਹੈ ਕਿ ਉਹ ਇੱਕ ਮੈਥਮੈਟੀਕਲ ਲੈਂਗੁਏਜ ਯੂਜ਼ ਕਰਨ ਲੱਗ ਜਾਂਦਾ ਗਾ। ਉਸ ਨੂੰ ਪਤਾ ਲੱਗ ਜਾਂਦਾ ਕਿ ਇਹ ਟ੍ਰਾਇੰਗਲ ਹੈ ਜਾਂ ਆਪਣੇ ਕੋਲ ਸਕੇਅਰ ਆ। Student recognize and flexibility uses the components of axiomatic system, undefined terms, definitions, postulates, theorems। ਇਸ ਲੈਵਲ 'ਤੇ ਆ ਕੇ ਉਸ ਬੱਚੇ ਨੂੰ ਜੋ ਵੀ ਫਿਗਰਸ ਦੀਆਂ ਪ੍ਰੋਪਰਟੀਜ਼ ਹੁੰਦੀਆਂ ਨੇ ਜੋ ਉਹਨਾਂ ਨੂੰ ਇੱਕ ਦੂਸਰੇ ਤੋਂ ਡਿਫਰੈਂਸ਼ੀਏਟ ਕਰਦੀਆਂ ਨੇ, ਫੋਰ ਐਗਜ਼ਾਮਪਲ ਪੈਰਲੋਗ੍ਰਾਮ ਅਤੇ ਰੈਕਟੈਂਗਲ ਦੇ ਵਿੱਚ ਜੋ ਵੀ ਡਿਫਰੈਂਸ਼ੀਏਟ ਹੈਗਾ ਤਾਂ ਉਹ ਉਸ ਨੂੰ ਪਤਾ ਲੱਗ ਜਾਂਦਾ ਗਾ। ਐਂਡ ਇਹ ਜਿਹੜੀਆਂ ਪ੍ਰੋਪਰਟੀਜ਼ ਆ ਇਹਨਾਂ ਨੂੰ ਯੂਜ਼ ਕਰਕੇ ਉਹ ਅੱਗੇ ਕੁਐਸਚਨ ਸੋਲਵ ਕਰਨ ਦੇ ਯੋਗ ਹੋ ਜਾਂਦਾ। ਫੋਰ ਐਗਜ਼ਾਮਪਲ ਅਗਰ ਆਪਣੇ ਕੋਲ ਕੋਈ ਟ੍ਰਾਇੰਗਲ ਦਿੱਤੀ ਹੋਈ ਆ, ਠੀਕ ਹੈ, ਅਤੇ ਉਸ ਦਾ ਕੋਈ ਇੱਕ ਮੀਡੀਅਨ ਦਿੱਤਾ ਹੋਇਆ ਗਾ ਤਾਂ ਉਹ ਪ੍ਰੂਵ ਕਰ ਸਕਦਾ ਵੀ ਉਹ ਮੀਡੀਅਨ ਉਸ ਟ੍ਰਾਇੰਗਲ ਨੂੰ ਦੋਨੋਂ ਇਕੁਅਲ ਏਰੀਆ ਦੇ ਵਿੱਚ ਡਿਵਾਈਡ ਕਰੇਗੀ। ਤੋ ਇਹ ਲੈਵਲ ਆਪਣਾ ਲੈਵਲ 3 ਹੋ ਜਾਂਦਾ। ਨੈਕਸਟ ਲੈਵਲ ਇਸ ਤੋਂ ਬਾਅਦ ਲੈਵਲ 4, ਦੈਟ ਇਜ਼ ਅਰਾਈਜ਼ਰ ਅਪਲਾਈਡ ਸਕਿੱਲਸ। Students understand the relationship between various systems of geometry। ਜਿਓਮੈਟਰੀ ਦੇ ਡਿਫਰੈਂਟ ਟਾਈਪ ਦੇ ਜੋ ਵੀ ਆਪਣੇ ਕੋਲ ਪ੍ਰੋਪਰਟੀਜ਼ ਹੁੰਦੀਆਂ, ਥਿਊਰਮਸ ਹੁੰਦੀਆਂ, ਉਹਨਾਂ ਨੂੰ ਇੱਕ ਦੂਸਰੇ ਨਾਲ ਰਿਲੇਟ ਕਰਕੇ ਨਵੀਂ ਚੀਜ਼ ਪੈਦਾ ਕਰ ਸਕਦੇ ਆ। They are able to describe the effect of adding or deleting the axiom on a given geometric system। This is generally at the level of university mathematics majority in geometry। Students have acquired a scientific insight into the geometry। ਸਾਫ਼ ਦੱਸਿਆ ਗਿਆ ਇਸ ਲੈਵਲ ਦੇ ਵਿੱਚ ਕਿ ਇਹ ਯੂਨੀਵਰਸਿਟੀ ਲੈਵਲ 'ਤੇ ਜੋ ਬੱਚੇ ਹੁੰਦੇ ਆ ਉਹ ਲੈਵਲ ਹੈ। ਇੱਥੇ ਬੱਚੇ ਆਪਣਾ ਜੋ ਵੀ ਸਿੱਖਿਆ ਹੁੰਦਾ ਪਹਿਲਾਂ ਉਸ ਨੂੰ ਯੂਜ਼ ਕਰਕੇ ਨਵੀਂ ਥਿਊਰਮ ਜਾਂ ਨਵੀਂ ਆਪਣੇ ਕੋਲ ਜੋ ਕੋਈ ਵੀ ਪ੍ਰੋਪਰਟੀ ਆ ਉਹਨੂੰ ਪ੍ਰੂਵ ਕਰਦੇ ਹੈਗੇ, ਪੁਰਾਣਾ ਜੋ ਸਿੱਖਿਆ ਹੋਇਆ ਉਸ ਨੂੰ ਉਹਦੇ ਵਿੱਚ ਯੂਜ਼ ਕਰਕੇ। ਅਤੇ ਇਹ ਇੱਕ ਯੂਨੀਵਰਸਿਟੀ ਲੈਵਲ 'ਤੇ ਸਟੂਡੈਂਟ ਇਸ ਸਕਿੱਲ ਨੂੰ ਅਪਲਾਈ ਕਰਦੇ ਹਨ। ਸੋ ਦੀਜ਼ ਆਰ ਦਾ ਸਕਿੱਲ ਔਰ levels of Wayne Haley model। Now we have another topic which is nature and kind of proofs। First of all, introduction about mathematical proofs। Proof is the heart of mathematics। ਅਕਸਰ ਦੇਖਿਆ ਗਿਆ ਹੈ ਕਿ ਮੈਥ ਦੇ ਵਿੱਚ ਹਰੇਕ ਚੀਜ਼ ਨੂੰ ਪ੍ਰੂਫ ਕੀਤਾ ਜਾਂਦਾ ਹੈ। ਤਾਂ ਪ੍ਰੂਫ ਕਰਨ ਦੇ ਲਈ ਰੀਜ਼ਨੇਬਿਲਟੀ ਆਉਂਦੀ ਹੈ, ਲੌਜਿਕ ਆਉਂਦੇ ਆ। ਤਾਂ ਇਸ ਨਾਲ ਬੱਚੇ ਦੀ ਜੋ ਵੀ ਅੰਡਰਸਟੈਂਡਿੰਗ ਆ ਉਹ ਵਧੀਆ ਤਰੀਕੇ ਨਾਲ ਹੋ ਜਾਂਦੀ ਹੈ, ਬੈਟਰ ਅੰਡਰਸਟੈਂਡਿੰਗ ਹੋ ਜਾਂਦੀ ਹੈਗੀ। ਇਹ ਪ੍ਰੂਫ ਇਜ਼ ਅ ਚੇਨ ਆਫ ਰੀਜ਼ਨਿੰਗ ਦੈਟ ਰਿਫਲੈਕਟਸ ਦਾ ਟਰੂਥ ਆਫ ਪਰਟੀਕੂਲਰ ਸਟੇਟਮੈਂਟ ਔਰ ਪ੍ਰਪੋਜ਼ਿਸ਼ਨ। ਮੀਨਿੰਗ ਇਹ ਹੈ ਕਿ ਇਹ ਇੱਕ ਚੇਨ ਹੁੰਦੀ ਆ ਜਿਸ ਦੇ ਵਿੱਚ ਡਿਫਰੈਂਟ ਟਾਈਪ ਦੀਆਂ ਮਤਲਬ ਆਪਾਂ ਪ੍ਰੋਪਰਟੀਜ਼ ਨੂੰ ਯੂਜ਼ ਕਰਕੇ ਇੱਕ ਖਾਸ ਰਿਜ਼ਲਟ ਨੂੰ ਪ੍ਰੂਵ ਕਰ ਦਿੰਦੇ ਹਾਂ। In mathematics, a proof is deductive argument for a mathematical statement। ਇਹ ਇੱਕ ਡਿਡਕਟਿਵ ਆਰਗੂਮੈਂਟ ਹੁੰਦਾ ਗਾ। ਇਸ ਦੇ ਵਿੱਚ ਜਦੋਂ ਕੋਈ ਵੀ ਸਟੇਟਮੈਂਟ ਦਿੱਤੀ ਜਾਂਦੀ ਆ ਤਾਂ ਨਾਲ ਉਸ ਦਾ ਪ੍ਰੂਫ ਮੈਥੇਮੈਟਿਕਸ ਦੇ ਵਿੱਚ ਬਹੁਤ ਜ਼ਰੂਰੀ ਸਮਝਿਆ ਜਾਂਦਾ ਗਾ। ਤਾਂ ਕਰਕੇ ਇਹਨੂੰ ਇੱਕ ਡਿਡਕਟਿਵ ਆਰਗੂਮੈਂਟ ਬੋਲਿਆ ਗਿਆ ਹੈਗਾ। ਕਾਈਂਡਸ ਆਫ ਪ੍ਰੂਫਸ।
ਪ੍ਰੂਫ ਦੇ ਕਿਹੜੇ ਟਾਈਪਸ ਨੇ ਆਪਣੇ ਕੋਲੇ। ਸਭ ਤੋਂ ਪਹਿਲਾਂ ਜੋ ਪ੍ਰੂਫ ਆਉਂਦਾ ਹੈਗਾ ਦੈਟ ਇਜ਼ ਡਾਇਰੈਕਟ ਪ੍ਰੂਫ। ਡਾਇਰੈਕਟ ਪ੍ਰੂਫ ਹੈਜ਼ ਅ ਚੇਨ ਆਫ ਸਟੇਟਮੈਂਟਸ। ਡਾਇਰੈਕਟ ਪ੍ਰੂਫ ਦੇ ਵਿੱਚ ਸਟੇਟਮੈਂਟ ਦੀ ਚੇਨ ਹੁੰਦੀ ਹੈਗੀ, ਜੋ ਆਪਾਂ ਨੂੰ ਗਿਵਨ ਹੁੰਦਾ ਗਾ ਉਸ ਨੂੰ ਲੈ ਕੇ ਚੱਲਦੇ ਹਾਂ। ਜੋ ਪ੍ਰੂਵ ਕਰਨਾ ਹੁੰਦਾ ਉਸ ਦੇ ਵਿੱਚ ਇੱਕ ਜੋ ਬੇਸਿਕ ਪ੍ਰੋਪਰਟੀਜ਼ ਹੁੰਦੀਆਂ ਉਹ ਅਪਲਾਈ ਕਰਕੇ ਇੱਕ ਖਾਸ ਰਿਜ਼ਲਟ 'ਤੇ ਆਪਾਂ ਪਹੁੰਚ ਜਾਂਦੇ ਹਾਂ। ਫੋਰ ਐਗਜ਼ਾਮਪਲ ਅਗਰ ਆਪਾਂ ਨੇ ਪ੍ਰੂਵ ਕਰਨਾ ਕਿਸੇ ਨੰਬਰ ਨੂੰ, ਰੀਪ੍ਰਜੈਂਟ ਦਾ ਨੰਬਰ ਐਜ਼ 10a+5 ਵਿਦ ਦਾ 10th digit represented by a where a natural number a is a natural number। ਤਾਂ ਆਪਾਂ ਇਹ ਵੀ ਪ੍ਰੂਵ ਕਰ ਸਕਦੇ ਹਾਂ ਕਿ ਇਹਦਾ ਜਿਹੜਾ ਸਕੇਅਰ ਹੋਊਗਾ ਇਸ ਨੰਬਰ ਦਾ ਉਹ ਵੀ ਇੱਕ ਕੀ ਹੋਊਗਾ, ਨੈਚੁਰਲ ਨੰਬਰ ਹੀ ਹੋਊਗਾ। ਤਾਂ ਆਪਾਂ ਕੋਈ ਵੀ ਨੰਬਰ ਲੈ ਸਕਦੇ ਹਾਂ 2 ਡਿਜਿਟ ਦਾ ਨੰਬਰ, ਅਤੇ ਉਸ ਦਾ ਸਕੇਅਰ ਵੀ ਇੱਕ ਨੈਚੁਰਲ ਨੰਬਰ ਪ੍ਰੂਵ ਕੀਤਾ ਜਾ ਸਕਦਾ। ਇਹ ਇੱਕ ਡਾਇਰੈਕਟ ਪ੍ਰੂਫ ਹੋ ਜਾਂਦਾ। ਅਨਦਰ ਐਗਜ਼ਾਮਪਲ ਇਹਦੇ ਵਿੱਚ ਆਪਾਂ ਇਹ ਲਿਖ ਸਕਦੇ ਹਾਂ ਕਿ if a divide b and a divide c then also b divides c, ਤਾਂ b ਵੀ ਆਪਣਾ ਜਿਹੜਾ c ਹੋਊਗਾ ਉਸ b + c ਵੀ ਉਸ ਨੂੰ ਕੀ ਕਰੂਗਾ, ਡਿਵਾਈਡ ਕਰੂਗਾ। ਤਾਂ ਇਹ ਵੀ ਇੱਕ ਡਾਇਰੈਕਟ ਪ੍ਰੂਫ ਦੀ ਐਗਜ਼ਾਮਪਲ ਹੈ। ਨੈਕਸਟ ਹੈ ਇਨਡਾਇਰੈਕਟ ਪ੍ਰੂਫ। The conclusion is established by the logic combining the axioms, definitions and earlier theorems। ਇਹਦੇ ਵਿੱਚ ਇਨਡਾਇਰੈਕਟ ਪ੍ਰੂਫ ਦੇ ਵਿੱਚ ਜਿਹੜਾ ਆਪਣੇ ਕੋਲ ਡਾਇਰੈਕਟ ਪ੍ਰੂਫ ਆ ਇਹਦੇ ਵਿੱਚ ਡੈਫੀਨੇਸ਼ਨਸ ਜਾਂ ਪਿਛਲੀਆਂ ਜੋ ਥਿਊਰਮ ਆ ਉਹਨਾਂ ਨੂੰ ਯੂਜ਼ ਕਰਕੇ ਇੱਕ ਨਵਾਂ ਰਿਜ਼ਲਟ ਪ੍ਰੂਵ ਕੀਤਾ ਜਾਂਦਾ। ਸੈਕਿੰਡ ਕਾਈਂਡ ਆ ਜਾਂਦੀ ਹੈ, ਸੈਕਿੰਡ ਟਾਈਪ ਆ ਜਾਂਦੀ ਆ ਮੈਥਮੈਟੀਕਲ ਇੰਡਕਸ਼ਨ। ਮੈਥਮੈਟੀਕਲ ਇੰਡਕਸ਼ਨ ਦੇ ਵਿੱਚ ਇਹ ਇੱਕ ਦ ਪ੍ਰਿੰਸੀਪਲ ਆਫ ਮੈਥਮੈਟਿਕ ਇੰਡਕਸ਼ਨ ਇਜ਼ ਯੂਜ਼ਫੁਲ ਟੂਲ ਫॉर द प्रूविंग अ सर्टेन प्रेडिक्ट इज ट्रू फॉर ऑल नैचुरल नंबर्स। इट इज़ डन इन 2 स्टैप्स। ਇਹ 2 ਸਟੈਪ ਦੇ ਵਿੱਚ ਪੂਰਾ ਕੀਤਾ ਜਾਂਦਾ ਗਾ। ਲਾਈਕ ਕੋਈ ਵੀ ਆਪਣੇ ਕੋਲ ਸਟੇਟਮੈਂਟ ਦਿੱਤੀ ਹੋਈ ਆ, ਫੋਰ ਐਗਜ਼ਾਮਪਲ ਸਮ ਆਫ ਨੈਚੁਰਲ ਨੰਬਰਸ ਹੈ, ਕੀ ਹੁੰਦਾ ਗਾ n × n + 1/2 ਹੁੰਦਾ। ਤਾਂ ਇਹਨੂੰ ਮੈਥਮੈਟਿਕ ਇੰਡਕਸ਼ਨ ਨਾਲ ਬਹੁਤ ਵਧੀਆ ਤਰੀਕੇ ਨਾਲ ਪ੍ਰੂਵ ਕੀਤਾ ਜਾਂਦਾ। ਫਸਟ ਆਫ ਆਲ ਆਪਾਂ n ਦੀ ਵੈਲਿਊ 1 ਲੈ ਲੈਂਦੇ ਹਾਂ ਇਹਦੇ ਵਿੱਚ, ਤਾਂ ਉਹਨੂੰ ਪ੍ਰੂਵ ਕਰ ਦਿੰਦੇ ਹਾਂ ਵੀ ਇਹ ਨੈਚੁਰਲ ਨੰਬਰ ਆ ਰਿਹਾ। ਫਿਰ n ਦੀ ਵੈਲਿਊ k ਲੈ ਲਈ ਜਾਂਦੀ ਆ, ਤਾਂ n ਦੀ ਵੈਲਿਊ k + 1 ਲੈ ਲਈ ਜਾਂਦੀ। ਮੀਨਸ ਕੀ ਆ ਕਿ ਇਸ ਨੂੰ ਪਰਟੀਕੂਲਰ ਤੋਂ ਲੈ ਕੇ ਅਬਸਟਰੈਕਟ ਤੱਕ ਜਾਇਆ ਜਾਂਦਾ ਹੈਗਾ। ਪਰਟੀਕੂਲਰ ਵੈਲਿਊ ਮੀਨਸ n ਦੀ ਵੈਲਿਊ ਇੱਕ ਪਰਟੀਕੂਲਰ ਵੈਲਿਊ ਲੈ ਲਈ ਜਾਂਦੀ ਹੈ n = 1, ਅਤੇ ਇਸ ਨੂੰ ਅਬਸਟਰੈਕਟ ਤੱਕ ਮਤਲਬ ਲਿਆ ਜਾਂਦਾ, ਜਰਨਲਾਈਜ਼ ਕਰ ਦਿੱਤਾ ਜਾਂਦਾ n ਦੀ ਵੈਲਿਊ n = k ਤੱਕ। ਤਾਂ ਜਦੋਂ ਇਹ ਤਿੰਨੋਂ ਸਟੈਪ ਕੰਪਲੀਟ ਹੋ ਜਾਂਦੇ ਆ n = 1, n = k ਐਂਡ n = k + 1, ਜਦੋਂ ਰਿਜ਼ਲਟ ਤਿੰਨੋਂ ਸੇਮ ਆ ਜਾਂਦੇ ਆ ਤਾਂ ਆਪਾਂ ਕਹਿ ਸਕਦੇ ਹਾਂ ਕਿ ਜੋ ਵੀ ਆਪਾਂ ਨੂੰ ਸਟੇਟਮੈਂਟ ਦਿੱਤੀ ਹੋਈ ਆ ਉਹ ਟਰੂ ਹੈ। ਸੋ ਦ ਫਸਟ ਸਟੈਪ ਨੋਨ ਐਜ਼ ਦ ਬੇਸ ਕੇਸ is to prove the given statement for the first natural numbers। Second step known as the inductive step is to prove that the given statement for any one natural number implies the given statement for the next natural number। ਜੋ ਵੀ ਨੈਕਸਟ ਨੈਚੁਰਲ ਨੰਬਰ ਆ ਉਹਦੇ ਲਈ ਹੋ ਜਾਂਦਾ ਹੈ। ਤੀਸਰੀ ਟਾਈਪ ਆ ਜਾਂਦੀ ਹੈ ਪ੍ਰੂਫ ਦੀ ਬਾਈ ਕੰਟਰਾਡਿਕਸ਼ਨ। ਬਾਈ ਕੰਟਰਾਡਿਕਸ਼ਨ ਮੀਨਸ proof by contradiction is a form of proof that establish the truth or validity of a proposition by showing that the proposition being false would imply a contradiction। ਇਹਦਾ ਮਤਲਬ ਇਹ ਆ, ਇੱਕ ਐਗਜ਼ਾਮਪਲ ਆਪਾਂ ਲੈ ਸਕਦੇ ਹਾਂ, √2 is an irrational number। ਇਹਨੂੰ ਜੇਕਰ ਆਪਾਂ ਪ੍ਰੂਫ ਕਰਨਾ ਤਾਂ ਬਾਈ ਕੰਟਰਾਡਿਕਸ਼ਨ ਪ੍ਰੂਫ ਕਰਾਂਗੇ। ਮਤਲਬ ਕੀ ਕੀਤਾ ਜਾਊਗਾ, ਇਸ ਦੇ ਵਿੱਚ √2 ਨੂੰ ਰੈਸ਼ਨਲ ਲੈ ਲਿਆ ਜਾਊਗਾ, ਅਤੇ ਉਸ ਜੋ ਰੈਸ਼ਨਲ ਲਿਆ ਜਾਊਗਾ ਉਸ ਦੇ ਵਿੱਚ ਇੱਕ ਕੰਟਰਾਡਿਕਸ਼ਨ ਆ ਜਾਊਗੀ ਨੀਚੇ ਜਾ ਕੇ। ਤਾਂ ਉਹ ਕੰਟਰਾਡਿਕਸ਼ਨ ਕਰਕੇ ਆਪਾਂ ਜੋ ਲੈਟ ਕੀਤਾ ਉਹ ਗਲਤ ਹੋ ਜਾਏਗਾ। ਲੈਟ ਕੀ ਕੀਤਾ ਹੁੰਦਾ, ਮਤਲਬ ਰੈਸ਼ਨਲ ਅਗਰ ਲੈਟ ਕੀਤਾ ਤਾਂ ਅਗਰ ਉਹ ਕੰਟਰਾਡਿਕਸ਼ਨ ਆ ਗਈ ਤਾਂ ਦੈਟ ਮੀਨਸ √2 ਕੀ ਹੋ ਜਾਊਗਾ, ਇਰਰੈਸ਼ਨਲ ਨੰਬਰ ਹੋ ਜਾਊਗਾ। ਠੀਕ ਹੈ ਜੀ। ਤਾਂ ਇਸ ਦੇ ਵਿੱਚ ਮਤਲਬ ਜੋ ਪ੍ਰੂਫ ਕਰਨਾ ਉਹ ਤੋਂ ਉਲਟ ਗੱਲ ਲੈ ਕੇ ਚੱਲੀ ਜਾਂਦੀ ਹੈ, ਫਾਲਸ ਰਿਜ਼ਲਟ ਲੈ ਕੇ ਚੱਲਿਆ ਜਾਂਦਾ, ਉਸ ਨੂੰ ਗਲਤ ਪ੍ਰੂਵ ਕਰ ਦਿੱਤਾ ਜਾਂਦਾ, ਤਾਂ ਆਪਣਾ ਐਗਜ਼ੈਕਟ ਰਿਜ਼ਲਟ ਪ੍ਰੂਵ ਹੋ ਜਾਂਦਾ। ਦੈਟ ਇਜ਼ ਅ ਪ੍ਰੂਫ ਬਾਏ ਕੰਟਰਾਡਿਕਸ਼ਨ। ਨੈਕਸਟ ਡਿਸਪਰੂਫ ਬਾਏ ਕਾਊਂਟਰ ਐਗਜ਼ਾਮਪਲ। ਇਹ ਕਾਊਂਟਰ ਐਗਜ਼ਾਮਪਲ ਇਜ਼ ਐਗਜ਼ਾਮਪਲ ਦੈਟ ਡਿਸਪਰੂਵ ਆ ਯੂਨੀਵਰਸਲ ਸਟੇਟਮੈਂਟ। ਕੋਈ ਵੀ ਆਪਾਂ ਨੂੰ ਸਟੇਟਮੈਂਟ ਦਿੱਤੀ ਹੁੰਦੀ ਹੈ
कि फॉर एग्ज़ाम्पल द प्राइम नंबर 2 इज़ अ काउंटर एग्जाम्पल ऑफ स्टेटमेंट ऑल द प्राइम नंबर आर ऑड। कई बार ये स्टेटमेंट लिखी आ जाती है कि ऑल द प्राइम नंबर आर ऑड, बट 2 भी एक प्राइम नंबर है, सो ये ਇਹਦੀ काउंटर एग्जाम्पल है। तो इसनूं डिसप्रूव कर दिता जाता एक एग्जाम्पल दे के किसी भी स्टेटमेंट में। इफ़ वी फाइंड अ counter example which show that the idea is false, that's good. Progress comes not only through doing the right thing but also by correcting our mistakes। ਤਾਂ ਆਪਦੀਆਂ ਮਿਸਟੇਕਸ ਨੂੰ ਸਹੀ ਕਰਕੇ ਅਸੀਂ ਇੰਪਰੂਵਮੈਂਟ ਪ੍ਰੋਗਰੈਸ ਕਰ ਸਕਦੇ ਹਾਂ। ਤਾਂ ਕਈ ਸਟੇਟਮੈਂਟ ਦੇ ਲਈ ਕਾਊਂਟਰ ਐਗਜ਼ਾਮਪਲ ਫਾਈਂਡ ਕੀਤੀ ਜਾਂਦੀ ਆ ਜੋ ਕਿ ਉਸ ਪ੍ਰੂਫ ਨੂੰ ਡਿਸਪਰੂਫ ਕਰ ਦਿੰਦੀ ਹੈ। ਸੋ ਥੀਸ ਆਰ ਦਾ ਕਾਈਂਡਸ ਆਫ ਦਾ ਪ੍ਰੂਫਸ। Thanks.